ਮੈਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਦੇ ਹਨ। ਚੀਖ ਕੇ ਕਹਿ ਰਹੀ ਔਰਤ ਦਾ ਸੁਣੋ ਦਰਦ। दरअसल ਹੁਸ਼ਿਆਰਪੁਰ ਦੇ ਵਿਰਧ ਆਸ਼ਰਮ ਦੇ ਵਿੱਚ ਹੰਗਾਮਾ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ, ਜਦੋਂ ਔਰਤ ਨੂੰ ਲੈਣ ਆਈ ਔਰਤ ਦੇ ਪਤੀ ਅਤੇ ਉਹਨਾਂ ਦੇ ਨਾਲ ਆਏ ਲੋਕਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤ ਔਰਤ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਮੀਡੀਆ ਦੇ ਸਾਹਮਣੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਪਤੀ ਦੇ ਘਰ ਦੇ ਵਿੱਚ ਹੀ ਸੰਗਲਾਂ ਦੇ ਨਾਲ ਬੰਨ੍ਹ ਕੇ ਉਹਦੇ ਤੇ ਬੁਰੀ ਤਰ੍ਹਾਂ ਦੇ ਨਾਲ ਅਤਿਆਚਾਰ ਕੀਤੇ ਜਾ ਰਹੇ ਸਨ। ਇਸ ਵਿੱਚ ਉਸ ਦਾ ਪਤੀ ਅਤੇ ਉਸ ਦੀ ਨਨਾਣ ਤੇ ਨਣਨ ਦਾ ਪਤੀ ਖਾਸ ਤੌਰ ਤੇ ਉਸ ਉੱਪਰ ਅਤਿਆਚਾਰ ਕਰਦੇ ਸਨ। ਸੰਗਲਾਂ ਨਾਲ ਬੱਝੇ ਹਾਲਾਤਾਂ ਦੇ ਵਿੱਚ ਪੀੜਤ ਔਰਤ ਆਪਣੇ ਸਹੁਰੇ ਪਰਿਵਾਰ ਤੋਂ ਭੱਜ ਕੇ ਸੜਕਾਂ ਤੇ ਧੱਕੇ ਖਾ ਰਹੀ ਸੀ ਤਾਂ ਇੱਕ ਸਮਾਜ ਸੇਵੀ ਔਰਤ ਨੇ ਉਸ ਨੂੰ ਸਹਾਰਾ ਦਿੱਤਾ ਤੇ ਪੁਲਿਸ ਦੇ ਕੋਲ ਲੈ ਆਈ। ਪੁਲਿਸ ਦੀ ਸਹਾਇਤਾ ਦੇ ਨਾਲ ਪੀੜਤ ਔਰਤ ਨੂੰ ਇੱਕ ਵਿਰਧ ਆਸ਼ਰਮ ਦੇ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਪਰਵਰਿਸ਼ ਹੋ ਰਹੀ ਹੈ। ਪੀੜਤ ਔਰਤ ਦੇ ਨਾਲ ਉਸ ਦੇ 2 ਛੋਟੇ ਬੱਚੇ ਵੀ ਹਨ। मेरी शादी जम्मू कश्मीर में हुई थी। अब मेरे घर वाले ने अपनी बहन के पास लाई और जो बहन उसकी है, जो उसका घर वाला है, वो बहुत मारते पीटते हैं मुझे और मेरे बच्चों को भी, और मुझसे संगा लगवाते हैं और मुझसे दूसरा काम भी, वो जो उसका घर वाला है वो बुरा काम भी करना चाहता है, मगर मैंने नहीं करवाया। मैं इसलिए डर की मुझ में अपनी जान को बचा के, अपनी इज्जत को बचा के दौड़ के आई। अब मैं यही चाहती हूँ कि मेरे बच्चे, मैं अच्छी तरह से रह रही हूँ। जब लॉकडाउन खुलेगा मैं आराम से अपने माँ बाप के साथ चली जाऊँगी, अपने भाई के साथ, और 24 घंटा मेरे पापा के साथ, मेरे भाई के साथ बात हो रही है। बोलती है चलो ठीक है मेरी सिस्टर उधर ही रहो, उनके नहीं जाना, अच्छी तरह से आप खाओ पियो ऐश कर। हाँ जी, 1.5 साल अंकल मुझे हुए इधर, 1.5 साल पूरा मुझे संगत से ये क्या निशाने लगी हुई हैं। जो मेरी ननद है वो खुद बांधती थी और उसका घर वाला खुद बांधता था। बोलता मैं नंबरदार के पास, वो नंबरदार बैठा है, उससे भी बात कर ले। मैं 2 बार उसके पास गई, बाकी मैंने बोला ऐसे ऐसे काम हो रहा है मेरे साथ, उसने भी कोई चिंता नहीं मेरी की। हाँ जी, मैं जब नंबरदार के पास दौड़ के गई, मुझे पहले मारते थे, सिर्फ मैं नंबरदार के पास गई, सरपंच के पास गई, फिर बांधने लगे, बोले लगे ये कहीं दौड़ के ना फिर चले जाए, हमको कहीं थाने में जेल करवा देंगे, इसलिए मुझे बांधते थे। जमीला बेगम है उसका नाम और बाबूद्दीन है उसका नाम, वही संगल पाते थे, वही बांधते थे, वही दूसरा काम भी, वो जो उसका घर वाला है वो पक्का दूसरा काम करना चाहता, वो ज़बरदस्ती मुझे खींच के लाता था। बाबूद्दीन है उसका नाम जी। नूरदीन वो मेरा पति है, वो नहीं डांटता था, वो डंटवा। उससे मैं इतना ही पूछो कि जब आपकी सिस्टर मारती थी, पीटती थी, आप क्यों नहीं पूछते? वो भी शायद उनके साथ मिला होगा, वो डांट। अब डैडी लगाता है वो क्या इधर बाहर बैठा है। हाँ जी, उसको मालूम है। ये मेरे 2 बच्चे हैं। शादी मेरी 15 साल की हुई, अब मुझे 20 साल चल रही है। ਅੱਜ ਸਰ ਇਹ ਪੂਰਾ ਪਿੰਡ ਦੇ ਪੰਚਾਇਤ ਆਈ ਹੈ ਉਹਨਾਂ ਦੀ, ਔਰ ਪੰਚਾਇਤ ਜਦੋਂ ਆਈ ਹੈ ਤੇ ਉਹ ਕਹਿੰਦੇ ਅਸੀਂ ਲੜਕੀ ਨੂੰ ਲੈ ਕੇ ਜਾਣਾ, ਜਦ ਕਿ ਅਸੀਂ ਥਾਣੇ ਦੇ ਵਿੱਚ ਮਾਡਲ ਟਾਊਨ ਥਾਣੇ ਦੇ ਵਿੱਚ ਦੱਸ ਕੇ ਲੜਕੀ ਨੂੰ ਇੱਥੇ ਲੈ ਕੇ ਆਏ ਆ। ਉਹ ਕਹਿੰਦੇ ਵੀ ਤੁਸੀਂ ਲੜਕੀ ਨੂੰ ਇੱਦਾਂ ਕਿਸੇ ਨੂੰ ਵੀ ਹੈਂਡਓਵਰ ਨਹੀਂ ਕਰਨਾ। ਈਵਨ ਇਹਨਾਂ ਜਿੱਥੇ ਕੁੜੀ ਰਹਿ ਰਹੀ ਆ ਆਪਣੇ ਇਹਨਾਂ ਦਾ ਹੈਗਾ ਜੀ ਜੰਮੂ ਕਸ਼ਮੀਰ ਦੇ ਵਿੱਚ, ਉੱਥੇ ਵੀ ਅਸੀਂ ਇਹਨਾਂ ਦੇ ਪਰਿਵਾਰ ਨਾਲ, ਕੁੜੀ ਦੇ ਪਰਿਵਾਰ ਨਾਲ ਅਸੀਂ ਗੱਲਬਾਤ ਕੀਤੀ ਸੀ। ਉਹ ਕਹਿ ਰਹੇ ਵੀ ਤੁਸੀਂ ਕੁੜੀ ਨੂੰ ਕਿਸੇ ਹਾਲਤ ਦੇ ਵਿੱਚ ਵੀ ਇਹਨਾਂ ਦੇ ਸਹੁਰੇ ਪਰਿਵਾਰ ਵਿੱਚ ਨਾ ਭੇਜਿਓ, ਕਿਉਂਕਿ ਸਾਡੀ ਕੁੜੀ ਦੀ ਜਿਹੜੀ ਜਾਨ ਆ ਉਹ ਖਤਰੇ ਵਿੱਚ ਆ, ਕਿਉਂਕਿ ਜਿਸ ਹਿਸਾਬ ਨਾਲ ਇਹ ਕੁੱਟਮਾਰ ਕਰ ਰਿਹਾ ਹੈ ਬੰਦਾ, ਸਾਡੀ ਕੁੜੀ ਦਾ ਬਚਾਅ ਬਹੁਤ ਔਖਾ ਹੋਏਗਾ ਇਸ ਹਿਸਾਬ ਨਾਲ। ਤੇ ਹੁਣ ਜਿਹੜੀ ਇੱਥੇ ਸਰ ਇੱਥੇ ਜਦੋਂ ਹੁਣ ਅਸੀਂ ਆਏ ਆ ਤੇ ਇੱਥੇ ਆਪਾਂ ਕੁੜੀ ਤੋਂ ਵੀ ਇੱਕ ਦੁਬਾਰਾ ਐਪਲੀਕੇਸ਼ਨ ਲਿਖਵਾ ਕੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਵੀ ਕੁੜੀ ਨੂੰ ਜਿਹੜਾ ਬੰਨਿਆ ਗਿਆ, ਕੁੱਟਿਆ ਗਿਆ, ਮਾਰਿਆ ਗਿਆ, ਕੁੜੀ ਨੂੰ ਭੁੱਖਾ ਰੱਖ ਕੇ ਇਹਨੂੰ ਮਤਲਬ ਬੁਰੇ ਦੇ ਹਾਲਾਤ ਕੀਤੇ ਗਏ, ਉਹਦੇ ਮੁਤਾਬਿਕ ਅਸੀਂ ASI ਆਪਣੇ ਕੁਲਵੰਤ ਜੀ ਆ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਆ, ਜਦ ਕਿ ਮੁੰਡਾ ਵੀ ਨਾਲ ਆਇਆ ਪਿਆ। ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਬਾਅਦ 'ਚ ਇਹਨਾਂ ਨੇ ਮੁੰਡਾ ਲੱਭਣਾ ਆ, ਹੁਣ ਮੁੰਡਾ ਨਾਲ ਆਇਆ ਪਿਆ, ਜੇ ਇਹ ਕਾਰਵਾਈ ਮੁੰਡੇ ਦੇ ਉੱਤੇ ਕਰ ਦੇਣ ਤੁਰੰਤ ਤਾਂ ਕੁੜੀ ਨੂੰ ਇਨਸਾਫ ਮਿਲ ਸਕਦਾ ਹੈ। ਧੰਨਵਾਦ ਜੀ। ਅਸੀਂ ਗੁਰੂ ਨਾਨਕ ਨਾਮ ਲੈਵਾ ਚੈਰੀਟੇਬਲ ਫਾਊਂਡੇਸ਼ਨ ਦੇ ਅਧੀਨ ਸਾਡਾ ਗੁਰੂ ਨਾਨਕ ਸੇਵਾ ਘਰ ਚੱਲ ਰਿਹਾ ਹੈ ਜੀ। ਇਹ 20 ਜੁਲਾਈ ਤੋਂ ਸਾਡੇ ਕੋਲ ਆਈ। ਇਹ ਦੱਸਦੀ ਹੈ ਕਿ ਮੈਨੂੰ ਸੰਗਲਾਂ ਨਾਲ ਬੰਨ੍ਹਿਆ ਗਿਆ ਸੀਗਾ ਤੇ ਮੈਨੂੰ ਮਾਰਕੁੱਟ ਕਰਦੇ ਸੀ, ਮਾਰਨ ਦੀਆਂ ਧਮਕੀਆਂ ਦਿੰਦੇ ਸੀ ਕਿ ਤੈਨੂੰ ਵੀ ਮਾਰ ਦੇਣਾ ਤੇ ਤੇਰੇ ਬੱਚਿਆਂ ਨੂੰ ਵੀ ਮਾਰ ਦੇਣਾ। ਇਹ ਸੰਗਲ ਤੋੜਾ ਕੇ ਕਿਸ ਤਰ੍ਹਾਂ ਦੌੜ ਆਈ ਹੈ ਤੇ ਫਿਰ ਕਿਸੇ ਪਰਿਵਾਰ ਨੂੰ ਮਿਲੀ ਉੱਥੇ, ਤੇ ਉਹ ਪਰਿਵਾਰ ਨੇ ਇਹਨੂੰ ਆਪਣੇ ਘਰ ਲੈ ਗਏ ਤੇ ਇਹਦਾ ਇਲਾਜ ਵਗੈਰਾ ਕਰਾ ਕੇ ਤੇ ਫਿਰ ਊਸ਼ਾ ਭੱਲਾ ਜੀ ਜਾਂ ਮਹਿਲਾ ਮੰਡਲ ਦੇ ਪ੍ਰਧਾਨ ਜੀ ਉਹ ਸਾਡੇ ਕੋਲ ਛੱਡ ਕੇ ਗਏ 20 ਜੁਲਾਈ ਦੀ। ਉਦੋਂ ਇਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਸੀ, ਡਿਪਰੈਸ਼ਨ ਵਿੱਚ ਸੀਗੇ ਤੇ ਰੋਈ ਜਾਂਦੇ ਸੀਗੇ। ਫਿਰ ਅਸੀਂ ਜਾਣੀ ਕਿ ਪੁਲਿਸ ਦੀ ਮਦਦ ਨਾਲ ਇਹਨਾਂ ਦੇ 2 ਬੱਚੇ ਵੀ ਲਿਆ ਕੇ ਦਿੱਤੇ ਉੱਥੋਂ ਅਸੀਂ ਇਹਨਾਂ ਨੂੰ।
ਹੁਣ ਸਾਡੇ ਕੋਲ ਹੈ। ਹਾਂਜੀ, ਲੜਕੀ ਕਹਿ ਰਹੀ ਹੈ ਕਿ ਮੈਂ ਨਹੀਂ ਜਾਣਾ ਚਾਹੁੰਦੀ ਤੇ ਹੁਣ ਇਹ ਕਹਿ ਰਹੇ ਅਸੀਂ ਲੈ ਕੇ ਜਾਣੀ ਹੈ। ਮੌਕੇ ਤੇ ਮੌਜੂਦ ਥਾਣਾ ਬੁੱਲੋਵਾਲ ਦੇ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਥਾਣੇ ਦੇ ਵਿੱਚ ਇੱਕ ਚੱਕੋਵਾਲ ਸ਼ੇਖਾਂ ਤੋਂ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਤਹਿਤ ਉਹਨਾਂ ਦੀ ਛਾਣਬੀਣ ਕਰਦੇ ਹੋਏ ਥਾਣਾ ਮਾਡਲ ਤੋਂ, ਜਿੱਥੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਇੱਥੇ ਗੁਰੂ ਨਾਨਕ ਸੇਵਾ ਘਰ ਵਿਖੇ ਔਰਤ ਮੌਜੂਦ ਹੈ। ਉਹਨਾਂ ਦੱਸਿਆ ਕਿ ਔਰਤ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਅਗਰ ਪੀੜਤ ਔਰਤ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਉਹਦੇ ਆਧਾਰ ਤੇ ਪੁਲਿਸ ਕਾਰਵਾਈ ਕਰੇਗੀ। ਲੜਕੀ ਥਾਣਾ ਬੁੱਲੋਵਾਲ, ਲੜਕੀ 30/7/2020 ਨੂੰ ਘਰੋਂ ਜਿਹੜੇ ਆਪਣੇ ਸਹੁਰੇ ਪਰਿਵਾਰ ਤੋਂ ਦੱਸੇ ਪਿੱਛੇ ਚਲੀ ਗਈ ਸੀ। ਦੱਸਣ ਤੋਂ ਬਾਅਦ ਲੜਕੀ ਦੇ ਜਿਹੜੇ ਪਰਿਵਾਰ ਵਾਲੇ, ਜਿਹੜਾ ਸਹੁਰਾ ਪਰਿਵਾਰ, ਉਹਨਾਂ ਨੇ ਦਰਖਾਸਤ ਦਿੱਤੀ ਵੀ ਸਾਡੀ ਲੜਕੀ ਗੁੰਮ ਹੋ ਗਈ, ਜਿਸ ਸੰਬੰਧੀ ਇਹੀ ਰਪਟ ਲਿਖੀ ਸੀ ਗੁੰਮਸ਼ੁਦਗੀ ਦੀ। 20 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਵੀ ਜਿਹੜੀ ਇਹ ਜਿਹੜਾ ਮਾਲਟਾਊਨ ਥਾਣੇ ਲੜਕੀ ਨੂੰ ਇਹਦੇ ਆ ਕੇ ਤੇ ਇੱਥੇ ਗੁਰੂ ਨਾਨਕ ਲੇਵਾ ਜਿਹੜੀ ਹੈ ਸੁਸਾਇਟੀ ਹੈ ਇੱਥੇ ਦਾਖਲ ਕਰਾਇਆ। ਅਸੀਂ ਲੜਕੀ ਕੋਲ ਪਹਿਲਾਂ ਵੀ 2 ਵਾਰੀ ਆਏ, ਲੜਕੀ ਨੂੰ ਪੁੱਛਗਿੱਛ ਕੀਤੀ ਸੀ, ਪਰ ਕੋਈ ਦਰਖਾਸਤ ਆਪਣੇ ਕੋਲ ਕੋਈ ਨਹੀਂ ਆਈ। ਇਹਦੀ ਗੁੰਮਸ਼ੁਦਗੀ ਲਿਖੀ। ਅੱਜ ਤਿੰਨਾਂ ਚੋਂ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਸੀ ਵੀ ਲੜਕੀ ਨੂੰ ਜੇਕਰ ਉਹ ਚਾਹੁੰਦੀ ਤਾਂ ਆਪਾਂ ਸਾਡੀ ਜ਼ਿੰਮੇਵਾਰੀ 'ਤੇ ਸਾਡੇ ਨਾਲ ਭੇਜਿਆ ਜਾਵੇ। ਇਸ ਕਰਕੇ ਅਸੀਂ ਆਪਾਂ ਇੱਥੇ ਆਏ ਹਾਂ। ਬਾਕੀ ਗੱਲ ਲੜਕੀ ਦੀ ਗੁੰਮਸ਼ੁਦਗੀ ਜਿਹੜੀ ਆ ਲੜਕੀ ਦੇ ਘਰ ਵਾਲੇ ਵੱਲੋਂ ਪਹਿਲਾਂ ਦਰਜ ਕੀਤੀ ਗਈ ਆ ਥਾਣੇ 'ਚ। ਹੁਣ ਲੜਕੀ ਮਿਲ ਗਈ ਆ। ਅੱਜ ਇਹ ਕਹਿੰਦੇ ਕੋਈ ਦਰਖਾਸਤ ਦੇਣੀ ਹੈ, ਜੋ ਇਹ ਦਰਖਾਸਤ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਲੜਕੀ ਦੇ ਸਹੁਰਿਆਂ ਵੱਲੋਂ ਗੁੰਮਸ਼ੁਦਗੀ ਦੀ ਦਿੱਤੀ ਗਈ ਸੀ ਦਰਖਾਸਤ? ਹਾਂਜੀ, ਸਹੁਰਾ ਪਰਿਵਾਰ ਵੱਲੋਂ, ਜਿਹੜਾ ਘਰ ਵਾਲਿਆਂ ਨੂੰ, ਵੀ ਘਰ ਵਾਲੇ ਨੇ ਕਿਹਾ ਮੇਰੀ ਲੜਕੀ ਜਿਹੜੀ ਮੇਰੀ ਘਰ ਵਾਲੀ ਆ ਬੱਚੇ ਛੱਡ ਕੇ ਘਰੋਂ ਚਲੀ ਗਈ। ਲੜਕੀ ਕਿਹੜੀ ਜਗ੍ਹਾ ਤੋਂ ਆਉਂਦਾ ਪੁੱਛਿਆ? ਇਹ ਲੜਕੀ ਜੰਮੂ ਦੱਸਦੇ ਨੇ, ਜੰਮੂ ਤੋਂ ਕਹਿੰਦੇ ਦੱਸਦੇ ਜੰਮੂ ਤੋਂ ਆ, ਪਰ ਇਹਦਾ ਪਿੰਡ ਜਿਹੜਾ ਚੱਕੋਵਾਲ ਸੇਖਾ ਹੈ। ਤੇ ਸਾਡੇ ਕੋਲ ਪਹਿਲਾਂ ਕੋਈ ਦਰਖਾਸਤ ਨਹੀਂ ਆਈ, ਪਰ ਹੁਣ ਇਹ ਦਰਖਾਸਤਾਂ ਨੂੰ ਲੱਗੇ ਤੇ ਜੋ ਦਰਖਾਸਤ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਪੇਕੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਆਈ ਤੁਹਾਨੂੰ? ਪੇਕੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ। ਪੇਕੇ ਪਰਿਵਾਰ ਨਾਲ ਇੱਕ ਤਾਂ ਮੇਰੀ ਗੱਲ ਹੋਈ ਸੀ ਫੋਨ ਤੇ ਵੀ ਤੁਹਾਡੀ ਲੜਕੀ ਮਿਲ ਗਈ। ਪਹਿਲਾਂ 20 ਦਿਨ ਕਿਤੇ ਗਈ ਸੀ, ਮਿਲੀ ਨਹੀਂ, ਤੇ 20 ਦਿਨ ਬਾਅਦ ਮਿਲ ਗਈ ਆ। ਤੇ ਉਹਦੇ ਘਰ ਵਾਲਾ ਕਹਿੰਦਾ ਸੀ ਵੀ ਅਸੀਂ, ਇਹਦਾ ਭਰਾ ਕਹਿੰਦਾ ਸੀ ਲੜਕੀ ਦਾ ਵੀ ਅਸੀਂ ਲੋਕਡਾਊਨ ਲੱਗਾ, ਸਾਡੇ ਕੋਲ ਅਜੇ ਤੱਕ ਇੰਨੇ ਪੈਸੇ ਨਹੀਂ ਖਰਚਣ ਜੋਗੇ, ਤੇ ਅਸੀਂ ਜਦੋਂ ਆਵਾਂਗੇ ਤੇ ਲੜਕੀ ਜੇ ਚਾਹੁੰਦੀ ਤੇ ਲੜਕੀ ਨੂੰ ਉਹਦੇ ਘਰ ਵਾਲੇ ਨਾਲ ਭੇਜਿਆ ਜਾਵੇ। ਇਹ ਤਾਂ ਸਾਡੀ ਤਫਤੀਸ਼ ਦੇ ਵਿੱਚ ਅਜੇ ਤੱਕ ਆਇਆ ਨਹੀਂ। ਦਰਖਾਸਤ ਦਿੱਤੀ, ਆਪਾਂ ਵੈਰੀਫਾਈ ਕਰਕੇ ਪਿੰਡਾਂ ਜੋ ਕਾਰਵਾਈ ਬਣੇ ਕਰਦੇ ਹਾਂ। ਦੂਸਰੇ ਪਾਸੇ ਪੀੜਤ ਦੇ ਪਤੀ ਨੇ ਕੁੱਟਮਾਰ ਤੇ ਅਤਿਆਚਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਔਰਤ ਉਹਨਾਂ ਦੀ ਪਤਨੀ ਹੈ ਅਤੇ 2 ਬੱਚਿਆਂ ਦੀ ਮਾਂ ਹੈ। ਪਿਛਲੇ ਕੁਝ ਦਿਨਾਂ ਤੋਂ ਬਿਨਾਂ ਦੱਸੇ ਘਰ ਤੋਂ ਚਲੀ ਗਈ ਸੀ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਬੁੱਲੋਵਾਲ ਵਿਖੇ ਦਰਜ ਕਰਵਾਈ ਗਈ ਸੀ। ਉਹਦਾ ਪਤਾ ਲੱਗ ਗਿਆ ਕੋਈ ਮਾੜਾ ਮੋਟਾ, ਮੈਂ ਉਹ ਬੰਦੇ ਨੇ ਮੈਨੂੰ ਆ ਕੇ ਕਿਹਾ, ਦੱਸਿਆ ਕਿ ਇਦਾਂ ਇਦਾਂ ਹੋਰ ਇੱਕ ਬੰਦੇ ਕੋਲ ਹੈ। ਫਿਰ ਮੈਂ ਕਿਹਾ ਦੱਸ ਉਹ ਬੰਦੇ ਨੂੰ, ਉਹਨੇ ਉਹ ਬੰਦਾ ਨਹੀਂ ਦੱਸਿਆ। ਫਿਰ ਮੈਂ ਥਾਣੇ ਵਿੱਚ ਰਿਪੋਰਟ ਕਰਾ ਕੇ ਉਹਨੂੰ ਲੈ ਗਿਆ, ਥਾਣੇ ਵਿੱਚ ਫੜਾਇਆ। ਉਹਨੇ ਜਾ ਕੇ ਉੱਧਰ ਕਹਿ ਦਿੱਤਾ ਕਿ ਸਾਡੇ ਕੋਲ ਹੈ। ਉਹਨਾਂ ਨੇ ਕਿਹਾ ਕਿ 2 ਦਿਨ ਤੋਂ ਬਾਅਦ 2 ਦਿਨ ਵਿੱਚ ਅਸੀਂ ਕੱਢ ਕੇ ਦਿਆਂਗੇ। 2 ਦਿਨ ਆਏ ਤਾਂ 2 ਦਿਨ ਵਿੱਚ ਉਹਨੇ ਥਾਣੇ ਕਰ ਦਿੱਤੀ, ਉਹਨਾਂ ਦੇ ਹਵਾਲੇ ਪੁਲਿਸ ਵਾਲਿਆਂ ਦੇ। ਪੁਲਿਸ ਆਈ, ਸਾਡੇ ਘਰ 2 ਨਿਆਣੇ ਸੀਗੇ ਮੇਰੇ, ਨਿਆਣੇ ਇੱਕ ਲੈ ਕੇ ਆ ਗਈ ਤਾਂ ਇੱਕ ਰਹਿ ਗਿਆ ਉੱਧਰ। ਕਹਿੰਦੇ ਉੱਤੇ ਤੁਹਾਡਾ ਫੈਸਲਾ ਉੱਧਰ ਹੀ ਕਰਦੇ ਹਾਂ। ਅੱਛਾ, ਆਇਆ ਇੱਧਰ ਥਾਣੇ ਵਿੱਚ। ਉਹ ਗਾਹਾਂ ਜਾ ਕੇ ਕਹਿੰਦੇ ਮਗਰੋਂ ਕਹਿੰਦੇ ਮੁਰਿਓਂ ਕਿ ਮੈਨੂੰ ਕੁੱਟਦੇ ਮਾਰਦੇ ਸਤਾਉਂਦੇ ਆ। ਇਸ ਚੀਜ਼ ਤੇ ਮੈਂ ਵੀ ਆਪਣੇ ਆਪ ਤੇ ਪਰੇਸ਼ਾਨ ਆ। ਕੀ ਗੱਲ ਹੈ? ਛੋਟੇ ਛੋਟੇ ਨਿਆਣੇ ਮੇਰੇ, ਮੇਰੀ ਘਰ ਵਾਲੀ, ਸਾਰਾ ਕੁਝ ਮੇਰਾ। ਇਲਜ਼ਾਮ ਨਹੀਂ ਲਗਾ ਰਹੀ ਆ ਵੀ ਮੇਰਾ ਘਰ ਵਾਲਾ ਮੈਨੂੰ ਕੁਝ ਨਹੀਂ ਕਹਿੰਦਾ, ਪਰ ਉਹ ਤੇ ਭੈਣ ਤੇ ਜੀਜੇ ਤੇ ਕਹਿ ਰਹੀ ਹੈ ਵੀ ਉਹ ਕੁੱਟਦੇ ਮਾਰਦੇ ਆ। ਸਰ ਚਾਹੇ ਕੋਈ ਕਿੰਨਾ ਵੀ ਕੋਈ ਮਰਿਆ ਹੋਊਗਾ ਮਰਦ ਹੋਊਗਾ, ਉਹ ਆਪਣੇ ਘਰ ਵਾਲੇ ਨੂੰ ਕੁੱਟਦਾ ਨਹੀਂ ਦੇਖ ਸਕਦਾ ਕਿਸੇ ਦੇ ਕੋਲੋਂ। ਜਾਂ ਤਾਂ ਉਹ ਪਹਿਲੇ ਵਿਆਹ ਨਹੀਂ ਕਰਾਦਾ, ਜਿਹੜੇ ਨੇ ਵਿਆਹ ਕਰਾ ਲਿਆ ਉਹ ਨਹੀਂ ਦੇਖ ਸਕਦਾ, ਇਦਾਂ ਦੀ ਹਰਕਤ ਨਹੀਂ ਦੇਖ ਸਕਦਾ। ਜਿਹੜੀ ਗੁੰਮ ਹੋਈ ਸੀਗੀ ਫਿਰ ਆਸ਼ਰਮ ਵਿੱਚੋਂ ਮਿਲ ਗਈ, ਫਿਰ ਇਦਾਂ ਪਤਾ ਲੱਗ ਕੇ ਫਿਰ ਅੱਜ ਮੈਂ ਜਾਣਾ ਚਾਹੁੰਦਾ, ਉਹ ਜਾਣਾ ਨਹੀਂ ਜਾਂਦੀ ਨਹੀਂ ਆ। ਅਜੀਤ ਦੇ ਲਈ ਹੁਸ਼ਿਆਰਪੁਰ ਤੋਂ ਹਰਜਾਪ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼।
ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।